ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿੱਖ ਫਲਸਫੇ ਦੀ ਗੱਲ ਕਰ ਰਹੇ ਹਾਂ ਔਰ ਇਹਦੇ ਵਿੱਚ ਆਪਾਂ ਚਲਦੇ ਹੋਏ ਪ੍ਰਕਰਨਾਂ ਨਾਲ ਜੁੜ ਕੇ ਸਿੱਖ ਲਿਟਰੇਚਰ ਦੀ ਗੱਲ ਕਰਨੀ ਹੈ, ਸਿੱਖ ਵਿਦਵਾਨਾਂ ਦੀ ਗੱਲ ਕਰਨੀ ਹੈ, ਸਿੱਖ ਸਾਈਕੀ ਸਿੱਖ ਸੰਵੇਦਨਾ ਦੀ ਵੀ ਗੱਲ ਕਰਨੀ ਹੈ ਔਰ ਨਾਲ ਨਾਲ ਪੰਜਾਬੀ ਸਾਹਿਤ ਦੀ ਵੀ ਗੱਲ ਕਰਾਂਗੇ। ਕੁਝ ਅੱਖਰਾਂ ਦੀਆਂ ਬੁਝਾਰਤਾਂ ਪਾਵਾਂਗੇ, ਕੁਝ 35 ਅੱਖਰਾਂ ਬਾਰੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਾਂਗੇ। ਇੱਕ ਵੱਖਰੇ ਕਿਸਮ ਦਾ ਪ੍ਰੋਗਰਾਮ ਜਿਹਨੂੰ ਬੜੇ ਵੱਡੇ ਵਾਈਡਰ ਸਕੇਲ ਦੇ ਉੱਤੇ ਆਪ ਸਭ ਦੇ ਸਨਮੁਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਦਲਜੀਤ ਸਿੰਘ ਜੀ ਵਿਰਕ। ਆਪਾਂ ਪਿਛਲੇ 2 ਦਿਨਾਂ ਤੋਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਉਹਨਾਂ ਦੀ ਕਿਤਾਬ ਜਿਹੜੀ ਉਹਨਾਂ ਨੇ ਲਿਖੀ ਹੈ, ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਸੰਸਾਰ ਬਾਰੇ ਵੀ ਗਿਆਨ ਹੈ, ਵੱਡੀ ਪੜ੍ਹਾਈ ਹੈ, ਇਹ ਦੇਸ਼ਾਂ ਵਿਦੇਸ਼ਾਂ ਦੀ ਪੜ੍ਹਾਈ ਹੈ, ਫਿਰ ਬਹੁਤ ਸਾਰੀ ਉਮਰ ਹੀ ਐਜੂਕੇਸ਼ਨ 'ਚ ਰਹਿੰਦਿਆਂ ਹੋਇਆਂ ਇਹ ਪੜ੍ਹਾਈ ਕਰਾਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਰਿਸਰਚ ਸਕਾਲਰ ਦੇ ਤੌਰ 'ਤੇ ਕੰਮ ਕੀਤਾ, ਫਿਰ ਵੇਲਜ਼ ਦੀ ਜਿਹੜੀ ਬੈਂਗਰ ਯੂਨੀਵਰਸਿਟੀ ਹੈ ਉਹਦੇ ਨਾਲ ਰਿਸਰਚ ਸਕਾਲਰ ਦੇ ਤੌਰ 'ਤੇ ਕੰਮ ਕੀਤਾ, ਬੀਜਾਂ ਦੀਆਂ ਨਵੀਆਂ ਖੋਜਾਂ ਖੋਜੀਆਂ ਔਰ ਉਹਨਾਂ ਦੀ ਉਸ ਰਿਸਰਚ ਨੂੰ ਮੁੱਖ ਰੱਖਦਿਆਂ ਹੋਇਆਂ ਬਰਤਾਨਵੀ ਮਲਕਾ ਦੇ ਵੱਲੋਂ ਉਹਨਾਂ ਨੂੰ OBE ਦਾ ਖਿਤਾਬ ਵੀ ਦਿੱਤਾ ਗਿਆ। ਦੁਨੀਆ ਭਰ ਦੇ ਵਿੱਚ ਵੱਖ-ਵੱਖ ਸਬਜੈਕਟਾਂ ਦੇ ਉੱਤੇ ਜਿਹੜੀ ਬੀਜਾਂ ਦੇ ਵਿਕਾਸ ਬਾਰੇ ਹੁੰਦੇ ਨੇ ਉਹਨਾਂ ਬਾਰੇ ਉਹਨਾਂ ਨੇ ਪਰਚੇ ਵੀ ਪੜ੍ਹੇ ਔਰ ਆਪਣਾ ਗੁਰਮਤਿ ਗਿਆਨ ਜਿਹੜਾ ਸੀ, ਜਿਹੜੀ ਉਹਨਾਂ ਦੀ ਆਪਣੀ ਸਾਧਨਾ ਸੀ, ਜਿਹੜਾ ਗੁਰਦੁਆਰਾ ਪ੍ਰਬੰਧ ਦੇ ਵਿੱਚ ਰਹਿ ਕੇ ਉਹਨਾਂ ਨੇ ਜੋ ਕੁਝ ਸਿੱਖਿਆ, ਜੋ ਕੁਝ ਆਪਣੇ ਅੰਤਰਾਤਮੇ ਨਾਲ ਜਾ ਕੇ ਸਿੱਖਿਆ, ਉਹਨੂੰ ਵੀ ਉਹਨਾਂ ਨੇ ਕਿਤਾਬ ਦੇ ਵਿੱਚ ਇਹ ਸਾਰਾ ਕੁਝ ਲਿਖਿਆ। ਇਸ ਮਨ ਕੋ ਕੋਈ ਖੋਜੋ ਭਾਈ। ਸੋ ਉਹਦੇ ਆਧਾਰ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਔਰ ਡਾਕਟਰ ਸਾਹਿਬ ਜੀ, ਆਪ ਜੀ ਦੀ ਆਮਦ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮੇਰਾ ਜਿਹੜਾ ਅੱਜ ਦਾ ਸਵਾਲ ਹੈ ਆਪ ਸਭ ਦੇ ਨਾਲ, ਜਿੱਥੇ ਕੋ ਆਪਾਂ ਗੱਲ ਛੱਡੀ ਸੀ ਉੱਥੋਂ ਕੋਈ ਸ਼ੁਰੂ ਕਰਨ ਵਾਲੀ ਗੱਲ ਹੈ। ਆਤਮਾ, ਮਨ ਅਤੇ ਸਰੀਰ ਦੀ ਸਾਂਝ ਕਾਰਜ ਕਿਵੇਂ ਕਰਦੀ ਹੈ? ਠੀਕ ਹੈ ਜੀ। ਹਾਂਜੀ, ਅਸੀਂ ਇਹ ਤਿੰਨਾਂ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ। ਜੀ ਆਪਾਂ ਇਹਨਾਂ ਦੀ ਸਾਂਝ ਦੀ ਗੱਲ ਕਰਦੇ ਹਾਂ। ਜਿਹੜਾ ਸਰੀਰ ਆ ਉਹ ਆਤਮਾ ਦਾ ਮੰਦਰ ਆ, ਇਹਦੇ ਵਿੱਚ ਆਤਮਾ ਵਸਦੀ ਆ ਤੇ ਤਿੰਨੇ ਚੀਜ਼ਾਂ ਕਹਿ ਲਓ, ਸਰੀਰ, ਮਨ, ਆਤਮਾ, ਇਹ ਇੱਕ ਕੜੀ ਵਿੱਚ ਬੱਝੇ ਹੋਏ ਨੇ। ਜਿੱਦਾਂ ਆਪਾਂ ਪਹਿਲਾਂ ਬੇਨਤੀ ਕੀਤੀ ਸੀ, ਮਨ ਦੇ ਵਿੱਚ ਵੀ ਪਰਮਾਤਮਾ, ਮਨ ਵੀ ਪਰਮਾਤਮਾ ਤੋਂ ਹੀ ਆਇਆ। ਮਨ ਮੈਂ ਆਪ, ਮਨ ਆਪਣੇ ਮਾਹੇ, ਜੀ ਨਾਨਕ ਕੀਮਤ ਕਹਿਣ ਨਾ ਜਾਏ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਮਨ ਦੇ ਵਿੱਚ ਸਭ ਕੁਝ ਹੀ ਪਰਮਾਤਮਾ, ਸਭ ਕੁਝ ਹੀ ਪਰਮਾਤਮਾ। ਇਸ ਕਰਕੇ ਮਨ ਵੀ ਪਰਮਾਤਮਾ ਦੇ ਵਿੱਚੋਂ ਹੀ ਆਇਆ, ਪਰ ਜਿਹੜੀ ਅੰਸ਼ ਆ ਪਰਮਾਤਮਾ ਦੀ ਉਹ ਆਤਮਾ ਆ ਤੇ ਇਹ ਤਿੰਨੇ ਇੱਕ ਇੱਕ ਕੜੀ ਵਿੱਚ ਬੰਦੇ ਹੋਏ ਨੇ। ਇਹਨਾਂ ਵਿੱਚ ਪਰਮਾਤਮਾ ਹੈਗਾ, ਪਰਮਾਤਮਾ ਦੀ ਜਿਹੜੀ ਪ੍ਰਗਟ ਹੋਣ ਦਾ ਦਰਜਾ ਆ ਨਾ, ਉਹ ਵੱਖਰਾ ਵੱਖਰਾ ਹੈ ਜੀ। ਇਹਨਾਂ ਦੀ ਜਾਤ ਇੱਕੋ ਹੀ ਆ ਪਰ ਦਰਜਾ ਵੱਖਰਾ ਵੱਖਰਾ। ਪਰਮਾਤਮਾ ਦੇ ਵਿੱਚ ਕਿਸੇ 'ਚ ਘੱਟ ਪ੍ਰਗਟ ਆ, ਕਿਸੇ ਵਿੱਚ ਜ਼ਿਆਦਾ ਪ੍ਰਗਟ ਆ। ਮੈਂ ਜਿਹੜੀ ਐਗਜ਼ਾਮਪਲ ਪਹਿਲਾਂ ਵੀ ਹਨੇਰੇ ਚਾਨਣ ਦੀ ਦਿੱਤੀ ਸੀ, ਇਹ ਗੱਲ ਉਹੋ ਹੀ ਆ। ਆਤਮਾ ਦੇ ਵਿੱਚ ਮੈਕਸੀਮਮ ਪਰਮਾਤਮਾ ਆਪ ਪ੍ਰਗਟ ਆ। ਉਸ ਤੋਂ ਬਾਅਦ ਪੂਰਾ ਚਾਨਣ, ਹਾਂ, ਉਸ ਤੋਂ ਬਾਅਦ ਇਹ ਜੀਵ ਆਤਮਾ, ਫਿਰ ਮਨ ਤੇ ਸਰੀਰ ਤੇ ਮਨ। ਜਿੱਥੇ ਸਰੀਰ ਸਾਡਾ ਖਤਮ ਹੁੰਦਾ ਨਾ, ਉੱਥੋਂ ਮਨ ਸ਼ੁਰੂ ਹੁੰਦਾ। ਸਰੀਰ ਸਭ ਤੋਂ ਪਹਿਲਾਂ ਪੰਜਾਂ ਦਾ ਬਣਿਆ, ਮਨ ਉਹਦੇ ਤੋਂ ਸ਼ੁਰੂ ਹੁੰਦਾ, ਇਹ ਸੂਖਮ ਆ। ਫਿਰ ਉਸ ਤੋਂ ਅਗਲੀ ਸੂਖਮ ਆ ਜਾਂਦੀ ਆਤਮਾ। ਸੋ ਇਹ ਤਿੰਨੇ ਇੱਕ ਲੜੀ ਵਿੱਚ ਪਰੋਏ ਹੋਏ ਨੇ। ਮੈਂ ਸੁਣਿਆ ਇੱਦਾਂ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ, ਨਾਲ ਮੇਰਾ ਸ਼ੰਕਾ ਨਿਵਰਤ ਹੋ ਜਾਊਗਾ ਕਿ ਸਰੀਰ ਤਲ ਤੇ ਜੀਣਾ ਕਹਿੰਦੇ ਪਸ਼ੂ ਦਾ ਜੀਵਨ ਹੈ। ਬਿਲਕੁਲ, ਦੈਟਸ ਰਾਈਟ। ਮਨ ਦੇ ਤਲ ਤੇ ਜੀਣਾ, ਉੱਥੋਂ ਹੀ ਮਨੁੱਖ ਸ਼ਬਦ ਬਣਿਆ, ਮਨੁੱਖੀ ਜੀਵਨ। ਮਨ ਦੀ ਅੱਖ, ਜਦੋਂ ਮਨ ਦੀ ਅੱਖ ਮਨਸ਼ਾ ਤੋਂ ਜਿਹੜਾ ਮਾਨਸ ਬਣ ਗਿਆ ਨਾ, ਮਨ ਦੇ ਤਲ ਤੇ ਜੀਣਾ ਮਨੁੱਖ ਆ ਤੇ ਆਤਮਾ ਦੇ ਤਲ ਤੇ ਜੀ ਜਾਣਾ ਇਹ ਮੜਾ ਜਾ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਕਿਉਂਕਿ ਸਰੀਰ ਤਲ ਤੇ ਜੇ ਜੀਣਾ, ਸਰੀਰ ਹੁਣ ਪਸ਼ੂ ਵੀ ਰੀਪਰੋਡਕਸ਼ਨ ਕਰਦੇ ਆ, ਉਹ ਖਾਂਦੇ ਵੀ ਆ, ਸੌਂਦੇ ਵੀ ਆ, ਤੁਰਦੇ ਵੀ ਆ, ਲੜਦੇ ਵੀ ਆ, ਝਗੜਦੇ ਵੀ ਆ, ਸਾਰੇ ਕੰਮ ਕਰਦੇ ਆ। ਜੇ ਆਪਾਂ ਸਰੀਰ ਤੌਰ ਤੇ ਇਹੋ ਕੁਝ ਕਰੀ ਜਾਣਾ ਤੇ ਫਿਰ ਇਹ ਪਸ਼ੂ ਬਿਰਤੀ ਹੋ ਗਈ ਹੈ ਨਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਸਾਡੀ ਮਾਨਸ ਆ ਪਰ ਕੰਮ ਸਾਡੇ ਪਸ਼ੂਆਂ ਵਾਲੇ ਆ। ਤੋ ਇਹ ਸਰੀਰਕ ਤੌਰ ਦੇ ਉੱਤੇ ਪਸ਼ੂ ਬਲ ਵਰਤ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਜੇ ਇਸੇ ਲੈਵਲ ਤੇ ਜੀਣਾ ਆ ਤੇ ਇਹ ਪਸ਼ੂ ਤੋਂ ਅੱਗੇ ਨਹੀਂ ਹੈਗਾ। ਈਵਨ ਬੱਚਿਆਂ ਨੂੰ ਪਾਲਣ ਤੱਕ ਪਸ਼ੂ ਵੀ ਆਪਣੇ ਬੱਚਿਆਂ ਨੂੰ ਪਾਲਦੇ ਆ ਜੀ। ਜੰਗਲ ਅੱਜ ਕੱਲ੍ਹ ਤਾਂ ਜਦੋਂ ਡਿਸਕਵਰੀ ਆਪਾਂ ਦੇਖਦੇ ਹਾਂ, ਕਿੱਦਾਂ ਆਪਣੇ ਬੱਚਿਆਂ ਦੇ ਲਈ ਉਹਨਾਂ ਦੇ ਮਾਂ ਪਿਓ ਲੜਦੇ ਦੂਜੇ ਜਾਨਵਰਾਂ ਨਾਲ। ਦੇਖੋ, ਇਹ ਸਟੱਡੀਜ਼ ਵੀ ਹੋ ਚੁੱਕੀਆਂ ਕਿ ਸਿਰਫ ਮਨ ਦਾ, ਜਿਹੜਾ ਮਨੁੱਖ ਦਾ ਮਨ ਆ, ਉਹ ਹੀ ਨਹੀਂ ਆਪਣੇ ਬੱਚਿਆਂ ਨੂੰ ਕਰਦਾ ਜਾਂ ਉਹਦੇ ਤੇ ਹੀ ਇਹ ਸਾਰੀਆਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਮਨ ਤੇ। ਤੁਸੀਂ ਇੱਥੇ ਤਜਰਬੇ ਹੋਏ ਸੀ ਕਿ
ਤੇ ਉਹ ਕੁਕੜੀਆਂ ਲੈ ਲਈਆਂ, ਕੁਕੜੀਆਂ ਦੇ ਬੱਚਿਆਂ ਨੂੰ ਸਾਹਮਣੇ ਉਹਨਾਂ ਦੇ ਥੋੜਾ ਜਿਹਾ ਤੱਕ ਦੁੱਖ ਦੇ ਦਿੱਤਾ ਤੇ ਕੁਕੜੀਆਂ ਕੜਾ ਕਰਦੀ। ਜੀ ਜੀ ਮਤਲਬ ਉਹਨਾਂ ਨੂੰ ਵੀ ਦੁੱਖ ਲੱਗਦਾ ਹੈ। ਜੀ ਇਸ ਕਰਕੇ ਇਹ ਸਾਡੇ ਲੋਅਰ ਲੈਵਲ ਦੀਆਂ ਗਿਆਨ ਸਾਡੇ ਸਾਰਿਆਂ 'ਚ ਹੈਗਾ, ਪਰ ਇਸ ਗਿਆਨ ਨੂੰ ਆਪਾਂ ਉੱਪਰ ਲੈ ਕੇ ਜਾਣਾ, ਕਿਉਂਕਿ ਮੈਂ ਅੱਗੇ ਬੇਨਤੀ ਕੀਤੀ ਕਿ ਇਹ ਤਿੰਨਾਂ ਦੇ ਵਿੱਚ ਕੋਈ ਫਰਕਾ ਨਹੀਂ ਹੈਗਾ, ਇਹ ਹੱਦਬੰਦੀ ਨਹੀਂ ਹੈਗਾ, ਇਹ ਗ੍ਰੇਡੇਸ਼ਨ ਆ, ਪਰਮਾਤਮਾ ਦੀ ਪ੍ਰੈਜੈਂਸ ਦੀ ਗ੍ਰੇਡੇਸ਼ਨ ਆ ਕਿ ਇੱਕ ਤੋਂ ਵੱਧ ਤੋਂ ਵੱਧ ਘੱਟ ਤੱਕ, ਜਿਹੜਾ ਚਾਨਣ ਤੇ ਹਨੇਰੇ ਦੀ ਆਪਾਂ ਅਗਲਾ, ਇਹ ਪਰਮਾਤਮਾ ਨੇ ਆਪ ਹੀ ਇਹ ਖੇਲ ਬਣਾਇਆ। ਗੁਰੂ ਸਾਹਿਬ ਨੇ ਸਾਨੂੰ ਕਿਹਾ ਅੰਧੇਰਾ ਚਾਨਣ ਆਪੇ ਕੀ ਆ, ਇੱਕੋ ਵਰਤੇ ਅਵਰਨਾ ਵੀ ਆ, ਕਹਿੰਦੇ ਉਹ ਹਨੇਰੇ ਵਿੱਚ ਵੀ ਹੈਗਾ ਜੀ, ਉਹ ਚਾਨਣ ਵਿੱਚ ਵੀ ਹੈਗਾ। ਤੇ ਉਹ ਕਹਿੰਦੇ ਫਿਰ ਚਾਨਣ ਕਿੱਦਾਂ ਕੀਤਾ ਜਾਵੇ, ਪ੍ਰਭੂ ਦੇ ਜੋਤ ਦਾ ਚਾਨਣ ਕਿਵੇਂ ਕੀਤਾ ਜਾਵੇ, ਨਾਏ ਸੁਣੀਐ ਘੱਟ ਚਾਨਣਾ ਹਨੇਰ ਗਵਾਏ। ਨਾਮ ਸੁਣ ਕੇ ਤੇਰੇ ਘੱਟ ਦੇ ਵਿੱਚ ਤੇਰੀ ਬੋਡੀ ਵਿੱਚ, ਤੇਰੇ ਸਰੀਰ ਵਿੱਚ ਚਾਨਣਾ, ਤੇਰੇ ਅੰਦਰ ਚਾਨਣਾ ਹੋ ਜਾਣਾ, ਤੇ ਤੇਰੇ ਜਿਹੜੇ ਹਨੇਰਾ ਜਿਹੜਾ ਅਗਿਆਨਤਾ ਦਾ ਉਹ ਖਤਮ ਹੋ ਜਾਣਾ ਜੀ। ਸੋ ਮਨ ਜਿਹੜਾ, ਇਹਨੂੰ ਕਈ ਵਾਰ ਪੰਜ ਭੂਤ ਵੀ ਕਹਿ ਦਿੰਦੇ, ਪੰਜ ਭੂਤ ਆਤਮਾ ਵੀ ਕਹਿੰਦੇ ਆ ਮਨ ਨੂੰ ਕਈ ਵਾਰ ਗੁਰਬਾਣੀ 'ਚ ਲਿਖਿਆ ਪੰਜ ਭੂਤ ਆਤਮਾ ਵੀ ਕਿਹਾ, ਜਾਂ ਮਨ ਵੀ ਕਹਿੰਦੇ ਕਈ ਵਾਰ। ਅਹੰਕਾਰ ਜਿਹੜਾ ਅੰਤੇਕਰਨ ਜਿਹੜਾ, ਉਹਨੂੰ ਪੰਜ ਭੂਤਾਂ ਦੀ ਸੂਖਮ ਸਤਾ ਵੀ ਕਹਿ ਜਾਂਦੇ ਆ, ਉਹਨਾਂ ਦਾ ਅੰਸ਼ ਵੀ ਕਹਿ ਦਿੰਦੇ ਆ। ਤੇ ਇਹ ਕਿਉਂਕਿ ਇਹਦੇ ਵਿੱਚ ਪੰਜ ਤੱਤ ਨੇ ਜੀ, ਪੰਜਾਂ ਤੱਤਾਂ ਦਾ ਇਹ ਇਫੈਕਟ ਮੈਕਸੀਮਮ ਆ, ਜਿਸ ਕਰਕੇ ਇਹਨੂੰ ਪੰਜ ਭੂਤਕ ਆਤਮਾ ਵੀ ਕਹਿੰਦੇ ਆ। ਉਹ ਜਿਹੜੇ ਤੱਤ ਆਪਾਂ ਗੱਲ ਕੀਤੀ ਸੀ, ਜਿਹੜੇ ਆਕਾਸ਼ ਆ, ਪੌਣ ਆ, ਅਗਨੀ ਆ, ਪਾਣੀ ਆ, ਧਰਤੀ ਆ, ਤੇ ਇਹਨਾਂ ਦੇ ਗੁਣ ਦੋਸ਼ ਜਿਹੜੇ ਉਹ ਵੀ ਹੈਗੇ ਆ। ਜਿੱਦਾਂ ਪੰਜਾਂ ਤੱਤਾਂ ਦੇ ਆਪਾਂ ਕੀਤੀ ਸੀ ਗੱਲ, ਸ਼ਬਦ ਦਾ ਆਕਾਸ਼ ਆ ਜੀ, ਤੇ ਸਪਰਸ਼ ਪੌਣ ਤੋਂ ਆ ਗਿਆ, ਰੂਪ ਜਿਹੜਾ ਉਹ ਅਗਨੀ ਤੋਂ ਆ ਜਾਂਦਾ, ਰਸ ਪਾਣੀ ਤੋਂ ਆ ਜਾਂਦਾ, ਗੰਧ ਧਰਤੀ ਤੋਂ ਆ ਜਾਂਦਾ। ਇਹ ਮਨ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚ ਰੱਖਦਾ। ਇਸ ਕਰਕੇ ਪੰਜ ਭੂ ਆਤਮਾ ਸਤਿਗੁਰਾਂ ਨੇ ਨੂੰ ਲਿਖਿਆ, ਹਰ ਚਰਨ ਹਿਰਦੇ ਵਸਾਏ ਤੂੰ ਕਿਲਵਿਕ ਹੋਵੇਂ ਨਾਸ, ਹਰ ਚਰਨ ਹਿਰਦੇ ਵਸਾਏ ਤੂੰ ਕਿਲਵਿਕ ਹੋਵੇਂ ਨਾਸ, ਪੰਜ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਪੰਜ ਭੂ ਆਤਮਾ, ਇੱਥੇ ਮਨ ਦੀ ਗੱਲ ਕੀਤੀ ਸਤਿਗੁਰਾਂ ਨੇ। ਹੁਣ ਸੋ ਇਹ ਮਨ ਜਿਹੜੀ ਹੈ ਨਾ, ਮਨ ਸਾਨੂੰ ਪਰਮਾਤਮਾ ਨੇ ਇਸ ਸੰਸਾਰ ਵਿੱਚ ਵਿਚਰਨ ਲਈ ਵਿੱਚ ਐਸੀ ਚੀਜ਼ ਦਿੱਤੀ ਆ ਕਿ ਲੈ ਤੂੰ ਸਾਰਾ ਤੇ ਤੂੰ ਬੋਰ ਨਹੀਂ ਹੋਏਗਾ ਕਦੀ। ਇਹ ਮਨ ਐਡਾ ਚੰਚਲ ਆ ਨਾ, ਇਹਦੇ ਵਿੱਚ ਚੰਚਲਤਾ ਇੰਨੀ ਭਰ ਦਿੱਤੀ ਹੈ, ਜਿੱਦਾਂ ਪੈਂਡੂਲਮ ਕਹਿ ਲਓ ਨਾ, ਇੱਕ ਪੈਂਡੂਲਮ ਐ ਨੂੰ ਜਾਂਦਾ ਐ ਨੂੰ ਜਾਂਦਾ। ਹੁਣ ਜਦੋਂ ਪੈਂਡੂਲਮ ਖੱਬੇ ਬੰਨੇ ਕਹਿ ਲਓ ਜਾਊਗਾ, ਤੇ ਇਹ ਮਾਇਆ ਦੇ ਦਾ ਪ੍ਰਭਾਵਿਤ ਹੁੰਦਾ ਜੀ, ਇਹਦਾ ਵਿੱਚ ਵਿਦਿਆ, ਮਾਇਆ ਦਾ ਅਸਰ, ਪੰਜਾਂ ਦਾ ਅਸਰ, ਇਹ ਸਾਰਾ ਕੁਛ ਆ ਜਾਂਦਾ। ਇਹ ਤ੍ਰਿਸ਼ਨਾ ਵਧਣੀ, ਇਹਦੇ ਵਿੱਚ ਲੋਭ ਹੰਕਾਰ ਸਾਰੇ ਇਹਦੇ ਵਿੱਚ ਆਉਣੇ ਆ। ਇਹ ਖੱਬੇ ਬੰਦੇ ਜਾ ਕੇ ਮਨ ਨੇ ਇਹ ਕੰਮ ਕਰੀ ਜਾਣਾ। ਜਦੋਂ ਮਨ ਥੋੜਾ ਜਿਹਾ ਪਾਠ ਕਰਨ ਲੱਗ ਪਏ, ਗੁਰਬਾਣੀ ਨਾਲ ਤੁਰ ਪਏ, ਆਤਮਾ ਨੂੰ ਸੋਧਣਾ ਸ਼ੁਰੂ ਕਰ ਦੇ, ਸੱਜੇ ਬੰਨੇ ਜਾਵੇ, ਤੇ ਇਹਦੇ ਵਿੱਚ ਪਰਮਾਤਮਾ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ, ਚੰਗੇ ਖਿਆਲ ਆਉਣਗੇ, ਇਹਦੇ ਵਿੱਚ ਚੰਗੇ ਖਿਆਲ ਹੋਣਗੇ, ਚੰਗੀ ਸੰਗਤ ਕਰਨ ਨੂੰ ਜੀ ਕਰੂਗਾ, ਤੁਹਾਡਾ ਮਨ ਬਾਣੀ ਹੋਰ ਪੜ੍ਹਨ ਨੂੰ ਜੀ ਕਰੂਗਾ, ਮਨ ਟਿਕਣਾ ਸ਼ੁਰੂ ਕਰੂਗਾ। ਇਹ ਨਿਸ਼ਾਨੀਆਂ ਵੀ ਇਹ ਚੰਗੇ ਪਾਸੇ ਤੁਰ ਰਿਹਾ। ਨਹੀਂ ਤਾਂ ਦੂਜੇ ਬੰਨੇ ਤੁਰ ਕੇ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਦੇ ਵਿੱਚ ਇਹਨੇ ਫਿਰ ਸਾਰੇ ਪੁੱਠੇ ਕੰਮ ਕਰਨਾ। ਤੇ ਪੁੱਠੇ ਕੰਮਾਂ ਦੇ ਵਿੱਚ ਇਹ ਹੋਣਾ, ਜਦੋਂ ਮਨ ਨੇ ਤ੍ਰੈ ਗੁਣੀ ਮਾਇਆ ਦੇ ਅਸਰ ਵਿੱਚ ਰਹਿਣਾ, ਹਉਮੈ ਦੇ ਅਸਰ ਰਹਿਣਾ, ਕਾਮ ਕ੍ਰੋਧ ਲੋਭ ਹੰਕਾਰ ਵਿੱਚ ਅਸਰ ਰਹਿਣਾ, ਫਿਰ ਇਹ ਕੰਮ ਕੀ ਕਰਦਾ, ਆਤਮਾ ਤੋਂ ਇੱਕ ਆਪਣੀ ਸਾਰਾ ਕਰੰਟ ਲੈਂਦਾ ਜੀ। ਆਤਮਾ ਇਹਦਾ ਜੀਵਨ ਆ, ਆਤਮਾ ਨੂੰ ਭੁੱਲ ਜਾਂਦਾ। ਜੋ ਆਤਮਾ ਤੋਂ ਜੀਵਾਤਮਾ ਨੂੰ ਹੁਕਮ ਆਉਂਦਾ ਨਾ, ਮਨ ਤੱਕ ਜਾਂਦਾ ਹੈ, ਹੁਕਮ ਬਣ ਗਿਆ ਜਾ ਮੈਂ ਨਹੀਂ ਮੰਨਦਾ ਮੁੰਡਾ, ਹਾਂਜੀ, ਮਨ ਫਿਰ ਆਕੜ ਜਾਂਦਾ ਜੀ, ਹਉਮੈ ਆ ਜਾਂਦੀ ਆ। ਜਦੋਂ ਇਹ ਆਕੜ ਜਾਂਦਾ ਹੈ, ਫਿਰ ਆਤਮਾ ਤੋਂ ਇਹ ਫਰਕਾ ਪਾ ਕੇ ਸਾਡੇ ਕੋਲ ਸਾਰੇ ਦੁਨਿਆਵੀ ਕੰਮ ਕਰਾਉਂਦਾ ਹੈ, ਸਾਡੇ ਨਾਲ ਸਾਰੇ ਕਰਮ ਧਰਮ ਜਿਹੜੇ ਆ ਉਹ ਸਾਰੇ ਕਰਾਉਂਦਾ ਆ, ਔਰ ਕਰਮਾਂ ਦਾ ਖੇਡ ਫਿਰ ਇਹ ਚਲਾਉਂਦਾ ਉੱਥੇ ਸਾਰਾ। ਇਹ ਮਨ ਦੀ ਖੇਡ ਪਰ ਭਾਈ ਵੀਰ ਸਿੰਘ ਦੀ ਇੱਕ ਬੜੀ ਪਿਆਰੀ ਗੱਲ ਹੈ। ਉਹ ਕਹਿੰਦੇ ਜਦੋਂ ਮਨ ਪਹਿਲਾਂ ਕੋਈ ਪਾਪ ਕਰਨ ਲੱਗਦਾ, ਪਹਿਲਾਂ ਕੋਈ ਮਾੜਾ ਕਰਮ ਕਰਨ ਲੱਗਦਾ, ਫਰਜ਼ ਕਰ ਚੋਰੀ ਕਰਨ ਨੂੰ ਜੀ ਕਰਦਾ, ਪਿੱਛੋਂ ਆਵਾਜ਼ ਆਉਂਦੀ ਹੈ, ਪਿੱਛੋਂ ਆਵਾਜ਼ ਆਉਂਦੀ ਨਾ ਕਰ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਆਵਾਜ਼ ਆਊਗੀ, ਪਰ ਜਦੋਂ ਤੁਸੀਂ ਤਿੰਨ ਵਾਰੀ, ਚਾਰ ਵਾਰੀ, ਪੰਜ ਵਾਰੀ ਤੁਸੀਂ ਆਵਾਜ਼ ਨਹੀਂ ਸੁਣਦੇ, ਇੱਕ ਵਾਰੀ ਚੋਰੀ ਕਰਨੀ, ਦੋ ਵਾਰੀ ਕਰਨੀ, ਤਿੰਨ ਵਾਰੀ ਕਰਨੀ, ਚਾਰ ਵਾਰੀ ਕਰਨੀ, ਫਿਰ ਤੁਹਾਨੂੰ ਚੋਰੀ ਚੰਗੀ ਲੱਗਣ ਲੱਗ ਪੈਂਦੀ, ਆਵਾਜ਼ ਬੰਦ ਹੋ ਜਾਂਦੀ। ਬਿਲਕੁਲ, ਇਹ ਆਪਾਂ ਇਹ ਗੱਲ ਕਰਾਂਗੇ ਜਦੋਂ ਆਦਤ ਵਾਲਾ ਕਰਾਂਗੇ। ਦੂਜੇ ਬੰਨੇ ਉਹ ਕਹਿੰਦੇ ਆ, ਤੁਸੀਂ ਜਿਹੜੀ ਗੱਲ ਕਹੀ ਨਾ, ਮੈਂ ਉਹਦੇ ਨਾਲ ਜੁੜ ਕੇ ਮੈਨੂੰ ਗੱਲ ਸਮਝ ਆਈ ਕਿ ਭਾਈ ਵੀਰ ਸਿੰਘ ਕਹਿੰਦੇ ਜੇ ਤੁਹਾਡਾ ਇੱਕ ਵਾਰੀ ਵਾਹਿਗੁਰੂ ਕਹਿਣ ਨੂੰ ਜੀ ਕਰਕੇ ਬਾਅਦ ਦੋ ਵਾਰੀ ਵਾਹਿਗੁਰੂ ਕਹਿਣ ਨੂੰ ਜੀ ਕਰਦਾ, ਤੇ ਫਿਰ ਦੋ ਵਾਰੀ ਕਹਿ ਕੇ ਚਾਰ ਵਾਰੀ ਜੀ ਕਰਦਾ, ਚਾਰ ਵਾਰੀ ਕਹਿ ਕੇ 8 ਵਾਰੀ ਜੀ ਕਰਦਾ, 8 ਵਾਰੀ ਕਹਿੰਦੇ 16 ਵਾਰੀ ਕਹਿਣ ਨੂੰ ਜੀ ਕਰਦਾ, 16 ਵਾਰੀ ਕਹਿੰਦੇ 32 ਵਾਰੀ ਕਹਿਣ ਨੂੰ ਜੀ ਕਰਦਾ, 32 ਵਾਰੀ ਕਹਿੰਦੇ ਫਿਰ 64 ਵਾਰੀ ਕਹਿਣ ਨੂੰ ਜੀ ਕਰਦਾ। ਵੱਧਦਾ ਜਾਂਦਾ, ਜਦੋਂ ਮਲਟੀਪਲਾਈ ਹੁੰਦਾ ਜਾਂਦਾ, ਸਮਝ ਲਓ ਤੁਹਾਡਾ ਮਨ ਸਹੀ ਪਾਸੇ ਤੁਰ ਪਿਆ, ਉਹਨੇ ਆਤਮਾ ਬਚਣਾ। ਜੀ ਜੀ ਹਾਂ, ਨਹੀਂ ਬਿਲਕੁਲ ਜਿਹੜੀ ਤੁਸੀਂ ਸਿੰਬਲੀ ਦਿੱਤੀ ਆ ਬਿਲਕੁਲ ਸਹੀ ਆ। ਐਕਚੁਅਲੀ ਮਨ ਐਸੀ ਚੀਜ਼ ਦਿੱਤੀ ਪਰਮਾਤਮਾ ਨੇ ਸਾਨੂੰ ਕਿ ਮਨ ਸਾਨੂੰ ਟਿਕਣ ਨਹੀਂ ਦਿੰਦਾ, ਇਹ ਸਾਡੇ ਕੋਲ ਕੰਮ ਕਰਾਉਂਦਾ, ਕਿਉਂਕਿ ਜੇ ਕੰਮ ਕਰਾਊਗਾ ਤੇ ਤਾਂ ਸਾਡੇ ਕਰਮ ਬਣਨੇ ਆ। ਹਾਂਜੀ, ਇਹ ਕਰਮਾਂ ਦਾ ਇੱਕ ਸਾਧਨ ਹੋ ਗਿਆ ਨਾ। ਹਾਂਜੀ, ਹੁਣ ਮਨ ਨੂੰ ਕਹਿ ਲਓ, ਮਨ ਜੀਵ ਆਤਮਾ ਤੇ ਪਰਮਾਤਮਾ ਦੇ ਵਿੱਚ ਇੱਕ ਪਾਲ ਆ ਜੀ, ਇੱਕ ਕੰਧ ਆ।
ਜੇ ਮਨ ਸਾਧਿਆ ਜਾਵੇ, ਮਨ ਕੰਧ ਤੋੜ ਦੇਵੇ, ਕੰਧ ਤੋੜ ਕੇ ਪਰਮਾਤਮਾ ਵੱਲ ਛਾਲ ਮਾਰ ਜਾਵੇ, ਤੇ ਫਿਰ ਪਰਮਾਤਮਾ ਰੂਪ ਹੋ ਸਕਦਾ ਹੈ। ਇਹ ਇਹਨਾਂ ਦੀ ਕਾਰਜ ਵਿਧੀ ਕਹਿ ਲਓ, ਆਪਸ ਵਿੱਚ ਇਹਨਾਂ ਦਾ ਕੰਮ ਕਰਨ ਦਾ ਇਹ ਤਰੀਕਾ। ਤੇ ਮਨ ਜਿਹੋ ਜਿਹੇ ਕੰਮ ਸਾਡੇ ਕੋਲ ਕਰਾਉਂਦਾ ਹੈ ਨਾ, ਇਹਨੂੰ ਉਹੋ ਜਿਹਾ ਹੀ ਕਿਹਾ ਜਾਂਦਾ। ਗੁਰੂ ਸਾਹਿਬ ਨੇ ਐਗਜ਼ਾਮਪਲਾਂ ਦਿੱਤੀਆਂ ਆ ਉਹਦੀ ਪਛਾਣ ਮਨ ਦੀ, ਇਹਦੇ ਕਾਰਜ ਖੇਤਰ ਦੇ ਨਾਲ ਆਉਂਦੀ ਆ। ਜਿੱਦਾਂ ਮਨ ਜੋਗੀ, ਮਨ ਭੋਗੀ ਆ। ਜੇ ਇਹ ਜੋਗੀ ਬਣ ਜਾਂਦਾ ਤੇ ਭੋਗੀ ਤੇ ਕਹਿੰਦੇ ਮਨ ਇਹ ਜੋਗੀਆਂ ਵਾਲਾ ਮਨ ਆ, ਭੋਗੀ ਬਣ ਗਿਆ ਤੇ ਭੋਗੀਆਂ ਵਾਲਾ। ਮਨ ਮੂਰਖ ਗਵਾਰਾ, ਗਵਾਰਾਂ ਵਾਲੇ ਕੰਮ ਕਰੂਗਾ ਤੇ ਮਨ ਨੂੰ ਮੂਰਖ ਕਹਿੰਦੇ ਆ। ਮਨ ਦਾਤਾ, ਮਨ ਮੰਗਤਾ। ਜੇ ਕਿਸੇ ਨੂੰ ਕੋਈ ਦਿੰਦਾ ਤੇ ਦਾਤਾ ਵੀ ਬਣ ਜਾਂਦਾ, ਤੇ ਜੇ ਮੰਗਣ ਲੱਗੇ ਤੇ ਮੰਗਤਾ ਵੀ ਬਣ ਜਾਂਦਾ। ਮਨ ਸਿਰ ਗੁਰ ਕਰਤਾਰਾ, ਪਰ ਇਹਦੇ ਉੱਤੇ ਗੁਰ ਕਰਤਾਰ ਬੈਠਾ, ਇਹਨੂੰ ਸਮਝਾਉਂਦਾ ਆ ਗੁਰੂ। ਹਾਂਜੀ, ਉਹ ਆਹ ਕੰਮ ਕਰ, ਜਿਹੜੀ ਤੁਸੀਂ ਕਹਿੰਦੇ ਆਵਾਜ਼ ਆਉਂਦੀ ਆ, ਉਹ ਆਵਾਜ਼ ਉਹ ਦਿੰਦਾ, ਪਰ ਮਨ ਨਹੀਂ ਸੁਣਦਾ। ਜੀ ਹਾਂ, ਕਿਉਂ ਮਨ ਦੀ ਤਸਵੀਰ ਇਦਾਂ ਦੀ ਆ ਕਿ ਮਾਇਆ ਦੇ ਨਾਲ ਹੀ ਜੁੜਿਆ ਜੀ, ਇਹ ਸਰੀਰ ਦੇ ਨਾਲ ਜੁੜ ਕੇ ਜ਼ਿਆਦਾ ਕੰਮ ਕਰਦਾ। ਇਸ ਕਰਕੇ ਇਹਦੇ ਵਿੱਚ ਪੰਜਾਂ ਦਾ ਅਸਰ ਰਹਿਣ ਕਰਕੇ ਇਹ ਗੱਲ ਜਿਹੜੀ ਆਤਮਾ ਵੱਲੋਂ ਆਉਂਦੀ ਆ ਉਹ ਇਹ ਨਹੀਂ ਮੰਨਦਾ। ਪਰ ਗੱਲ ਇਹ ਜਿੱਦਾਂ ਅਸੀਂ ਕਿਹਾ ਨਾ, ਮਨ ਨੂੰ ਜੋਗੀ ਕਿਹਾ, ਮਨ ਨੂੰ ਭੋਗੀ ਕਿਹਾ, ਮਨ ਨੂੰ ਮੰਗਤਾ ਕਿਹਾ, ਮਨ ਨੂੰ ਦਾਤਾ ਕਿਹਾ। ਇਹੋ ਹੀ ਲੇਬਲ ਜਦੋਂ ਮਨ ਇਹ ਕੰਮ ਕਰ ਲੈਂਦਾ, ਇਹੋ ਹੀ ਆਤਮਾ, ਜੀਵ ਆਤਮਾ ਸਾਡੀ ਨੂੰ ਇਹੋ ਹੀ ਲੇਬਲ ਲੱਗ ਜਾਂਦਾ ਜੀ। ਕਿਉਂਕਿ ਉਹਦੇ ਨਾਲ ਸਾਰੀਆਂ ਚੀਜ਼ਾਂ ਇਕੱਠੀਆਂ ਜਾਣੀਆਂ ਅਗਲੇ ਜਨਮ ਦੇ ਵਿੱਚ। ਮਨ ਨੇ ਜੋ ਕਰਮ ਕਰਾਏ, ਸੰਗਤ ਦਾ ਅਸਰ ਕਹ ਲਓ ਇਦਾਂ। ਹਾਂ, ਮਨ ਨੇ ਜੋ ਕਰਮ ਕੀਤੇ ਉਹ ਸਾਡੇ ਅਗਲੇ ਨਾਲ ਸਾਡੇ ਜਾਣੇ ਆ। ਇਸ ਕਰਕੇ ਜੀਵ ਆਤਮਾ ਨੂੰ ਇਹਦੇ ਨਾਲ ਲੱਗ ਕੇ ਇਹ ਸਾਰਿਆਂ ਵਿੱਚੋਂ ਲੰਘਣਾ ਪੈਣਾ। ਜੀ ਹਾਂ, ਤੇ ਇਸ ਕਰਕੇ ਮਨ ਦਾ ਇਹ ਕਾਰਜ ਆ। ਤੇ ਜਨਮ ਮਰਨ ਦੇ ਵਿੱਚ ਭਟਕਾਉਣ ਵਾਲਾ ਜੀਵ ਆਤਮਾ ਨੂੰ ਮਨ ਹੀ ਹੈ ਜੀ। ਕਿਉਂ ਮਨ ਨੇ ਇਹ ਕਾਰਜ ਕਰਨੇ ਨੇ, ਜਿਹੜੇ ਤਿੰਨ ਆਪਾਂ ਕਰਮ ਕਹਿੰਦੇ ਆ। ਕਿਰਿਆ ਜਿਹੜੇ ਪਹਿਲਾ ਕਰਮ ਕਿਹੜਾ ਹੁੰਦਾ, ਜਿਹੜਾ ਵਰਤਮਾਨ ਕਰਮ ਆ, ਪ੍ਰਬਲਭ ਆ, ਪ੍ਰਲਬਧ ਆ, ਤੇ ਸੰਚਿਤ ਕਰਮ ਆ। ਜਿਹੜੀ ਪ੍ਰਲਬਧ ਹੁੰਦੀ ਆ ਉਹਦੇ ਕਰਕੇ ਸਾਡਾ ਇਹ ਜੀਵਨ ਜਿਹੜਾ ਸਾਨੂੰ ਮਿਲਦਾ। ਕਿਉਂਕਿ ਮਨ ਨੇ ਪਿਛਲੇ ਜਿੰਨੇ ਕਾਰਜ ਕੀਤੇ ਉਹ ਬੜੇ ਪ੍ਰਬਲ ਹੁੰਦੇ ਆ। ਉਹ ਪ੍ਰਬਲ ਹੋਣ ਕਰਕੇ ਉਹਨਾਂ ਨੂੰ ਛੇਤੀ ਨਿਬੇੜਾ ਕਰਨਾ ਹੁੰਦਾ ਹੈ। ਛੇਤੀ ਨਿਬੇੜਾ ਕਰਨ ਕਰਕੇ ਉਹ ਸਾਨੂੰ ਆ ਜੀਵਨ ਮਿਲ ਜਾਂਦਾ, ਪਿਆ ਤੂੰ ਨਿਬੇੜ। ਜਿਹੜੇ ਸੰਚਿਤ ਕਰਮ ਆ, ਸੰਚਿਤ ਕਰਮ ਜਿਹੜੇ ਆ ਇਹ ਸਾਡੀ ਇੱਕ ਪੁਰਾਣੀ ਗਠੜੀ ਜਿਹੜੀ ਜਨਮਾਂ ਤੋਂ ਸਾਡੇ ਨਾਲ ਆਉਂਦੀ ਆ। ਇਹਨਾਂ ਦਾ ਨਾਸ਼ ਹੋ ਸਕਦਾ ਜੀ। ਜਿਹੜੇ ਪ੍ਰਾਰਬਧ ਆ ਨਾ, ਉਹਨਾਂ ਦੀ ਨਾਸ਼ ਨਹੀਂ ਹੁੰਦਾ। ਅੱਛਾ ਜੀ। ਉਹਨਾਂ ਦਾ ਜਿਹੜਾ ਕਹਿ ਲਓ ਕਰਮ ਫਲ ਜਿਹੜਾ ਉਹ ਚੇਂਜ ਕੀਤਾ ਜਾ ਸਕਦਾ ਜੀ। ਉਹਨੂੰ ਭੁਗਤਿਆ ਡਿਫਰੈਂਟ ਤਰੀਕੇ ਨਾਲ ਜਾ ਸਕਦਾ। ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਮਨ ਹੀ ਕਰਾ ਸਕਦਾ ਜੀ। ਮਨ ਸਾਨੂੰ ਪ੍ਰਾਰਬਧ ਨੂੰ ਚੇਂਜ ਕਰਨ ਵਿੱਚ ਸਹਾਈ ਹੋ ਸਕਦਾ ਹੈ। ਪਰਮਾਤਮਾ ਦੇ ਗੁਣ ਗਾ ਕੇ ਉਹਦਾ ਜਿਹੜਾ ਕਰਮ ਫਲ ਆ ਨਾ, ਉਹ ਮਿਨੀਮਾਈਜ਼ ਕਰਾ ਸਕਦਾ ਜੀ। ਤੇ ਇਹ ਮਨ ਦਾ ਕਰਮ ਆ। ਤੇ ਮਨ ਜਿਹੜਾ ਆਮ ਕਰਕੇ ਭੌਤਿਕ ਸਰੀਰ ਦੇ ਨਾਲ ਜ਼ਿਆਦਾ ਵਿਚਰਦਾ, ਤੇ ਭੌਤਿਕ ਸਰੀਰ ਦੇ ਪੰਜਾਂ ਤੱਤਾਂ ਦਾ ਨਾ ਹੋਣ ਕਰਕੇ ਇਹਦੇ ਵਿੱਚ ਗੁਣ ਵੀ ਭੌਤਿਕ ਸਰੀਰ ਵਾਲੇ ਰਹਿੰਦੇ ਨੇ, ਜਿਸ ਕਰਕੇ ਇਹ ਸਾਨੂੰ ਆਵਾਗਾਉਣ ਦੇ ਵਿੱਚ ਪਾਉਂਦਾ ਰਹਿੰਦਾ। ਟਰਾਂਸਮਾਈਗ੍ਰੇਸ਼ਨ, ਮੈਂ ਟਰਾਂਸਮਾਈਗ੍ਰੇਸ਼ਨ ਦੀ ਵੀ ਗੱਲ ਕਰਾਂ। ਹਾਂਜੀ, ਉਹ ਗੱਲ। ਟਰਾਂਸਮਾਈਗ੍ਰੇਸ਼ਨ ਜਿਹੜੀ ਸਤਿਗੁਰ ਕਹਿੰਦੇ ਨੇ, ਜਿਹੜੀ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਜਿੰਨੀਆਂ ਜੂਨਾਂ ਵਿੱਚੋਂ ਆਦਮੀ ਆਇਆ ਉਹਨਾਂ ਜੂਨਾਂ ਵਿੱਚ ਬੈਕ ਵੀ ਜਾ ਸਕਦਾ ਜੀ। ਇਸ ਨੂੰ ਕਹਿੰਦੇ ਟਰਾਂਸਮਾਈਗ੍ਰੇਸ਼ਨ ਜੀ, ਆਵਾਗਾਉਣ ਜੀ। ਸਤਿਗੁਰਾਂ ਨੇ ਆਵਾਗਾਉਣ ਕਿਹਾ। ਇੱਕ ਹੈਗੀ ਰੀਇਨਕਾਰਨੇਸ਼ਨ, ਉਹਨੂੰ ਕਹਿੰਦੇ ਪੁਨਰ ਜਨਮ। ਕਈ ਮਤ ਜਿਹੜੇ ਆ ਉਹ ਪੁਨਰ ਜਨਮ ਨੂੰ ਮੰਨਦੇ ਆ। ਪੁਨਰ ਜਨਮ ਦਾ ਵਿੱਚ ਆ ਮਤਲਬ ਦਾ ਇਹ ਆ ਕਿ ਜੇ ਤੁਸੀਂ ਮਨੁੱਖ ਆ ਤੇ ਇਹ ਗਰੰਟੀ ਆ ਕਿ ਅਗਲੀ ਵਾਰ ਤੁਸੀਂ ਮਨੁੱਖ ਹੀ ਬਣਨਾ ਜੀ। ਹੁਣ ਕਈ ਧਰਮ ਇਹ ਕਹਿੰਦੇ ਨੇ ਮਨੁੱਖਾਂ ਦੀ ਆਤਮਾ ਡਿਫਰੈਂਟ ਆ, ਕੁੱਤਿਆਂ ਬਿੱਲੀਆਂ ਦੀ ਆਤਮਾ ਡਿਫਰੈਂਟ ਆ, ਜਾਨਵਰਾਂ ਦੀ ਡਿਫਰੈਂਟ ਆ। ਉਹ ਉਸੇ ਆਪਣੇ ਜਿਹੜੀ ਹੱਦਬੰਦੀ ਉਹਦੇ ਵਿੱਚ ਰਹਿੰਦੇ ਆ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਹੱਦਬੰਦੀ ਹੈ ਨਹੀਂ ਗੀ। ਇਸ ਕਰਕੇ ਗੁਰੂ ਸਾਹਿਬ ਸਭ ਕੁਝ ਪਰਮਾਤਮਾ ਦਾ ਹੀ ਆ। ਹਾਂ, ਗੁਰੂ ਸਾਹਿਬ ਸਾਨੂੰ ਆਵਾਗਾਉਣ ਦਾ ਐਗਜ਼ਾਮਪਲ ਦੇ ਕੇ ਸਾਨੂੰ ਇਹ ਸਮਝਾਉਂਦੇ ਨੇ ਕਿ ਕਰਮ ਫਲ ਜੋ ਵੀ ਤੈਨੂੰ ਮਿਲਣਾ ਹੈ, ਤੇਰੀ ਕਰਮ ਫਲ ਜੋ ਤੂੰ ਕੀਤਾ ਉਹਦੇ ਕਰਕੇ ਹੀ ਮਿਲਣਾ ਆ। ਤੇ ਉਹ ਤੂੰ ਹਰ ਜੂਨ ਵਿੱਚ ਤੂੰ ਜਾ ਸਕਦਾ ਆ। ਇਹ ਮਨ ਦਾ ਹੀ ਪ੍ਰਭਾਵ ਹੈ, ਜਿਸ ਕਰਕੇ ਸਾਨੂੰ ਕੀਤੇ ਕਰਮਾਂ ਦੀ ਕਮਾਈ ਜਿਹੜੀ ਆ ਉਹ ਸਾਨੂੰ ਭੁਗਤਣੀ ਹੀ ਪੈਂਦੀ ਆ। ਤੇ ਨਿਰੰਤਰ ਅਸੀਂ ਕਰਮ ਕਰਦੇ ਜਾਂਦੇ ਆ, ਪਿਛਲੇ ਕਰਮ ਸਾਡੇ ਨਾਲ ਰਹਿੰਦੇ ਨੇ। ਇਸ ਕਰਕੇ ਜਿੰਨਾ ਆ ਕਰਮ ਫਲ ਉਹ ਜੁੜਦਾ ਰਹਿੰਦਾ। ਜਿਹੜੀ ਹਉਮੈ ਆ ਨਾ, ਅਗਲੇ ਆਪਾਂ ਚੈਪਟਰ 'ਚ ਗੱਲ ਕਰ ਰਹੇ ਹਾਂ, ਹਉਮੈ ਵੀ ਸਾਰੀਆਂ ਸੱਤਾਂ ਦੇ ਵਿੱਚ ਘੁੰਮਦੀ ਰਹਿੰਦੀ ਹੈ, ਮਨ ਦੀਆਂ ਸਾਰੀਆਂ ਸੱਤਾਂ ਵਿੱਚ ਘੁੰਮਦੀ ਰਹਿੰਦੀ ਹੈ। ਹਉਮੈ ਵੀ ਸਾਨੂੰ ਕਰਮਾਂ ਵੱਲ ਮੋੜਦੀ ਆ, ਜਿਸ ਕਰਕੇ ਅਸੀਂ ਕਰਮ ਬਣਾਉਂਦੇ ਰਹਿੰਦੇ ਹਾਂ। ਇਸ ਕਰਕੇ ਇਹਨਾਂ ਤਿੰਨਾਂ ਦਾ ਜਿਹੜਾ ਮੈਂ ਕਹੂੰਗਾ ਜਿਹੜਾ ਆਪਸ ਵਿੱਚ ਸੰਬੰਧ ਬਹੁਤ ਜ਼ਿਆਦਾ। ਇਹਨਾਂ ਵਿੱਚ ਵਖਰੇਵਾਂ ਵੀ ਆ, ਇਹਨਾਂ ਵਿੱਚ ਸੰਬੰਧ ਵੀ ਆ। ਇਹਨਾਂ ਦੀ ਜਾਤ ਇੱਕੋ ਹੀ ਆ, ਪਰ ਇਹਨਾਂ ਦੇ ਕਰਮ ਡਿਫਰੈਂਟ ਆ। ਇਹਨਾਂ ਦੇ ਵਿੱਚ ਪਰਮਾਤਮਾ ਦਾ ਪ੍ਰਗਟ ਹੋਣ ਦਾ ਦਰਜਾ ਵੱਖਰਾ ਹੋਣ ਕਰਕੇ ਇਹਨਾਂ ਦਾ ਕਾਰਜ ਖੇਤਰ ਵੱਖਰਾ ਆ। ਜਦੋਂ ਇਹ ਇਕੱਠੇ ਹੋ ਜਾਂਦੇ ਨੇ ਫਿਰ ਸਾਨੂੰ ਇਹ ਪਰਮਾਤਮਾ ਦੇ ਨਾਲ ਮੇਲ ਕਰਾ ਸਕਦੇ ਆ ਜੀ।
ਇਹ ਇਹਨਾਂ ਦੀ ਆਪਸ ਵਿੱਚ ਸਾਂਝ ਆ। ਜੀਵ ਆਤਮਾ ਜਿਹੜਾ ਉਹ ਕਾਲ ਚੱਕਰ ਦੇ ਵਿੱਚ ਮਨ ਦੇ ਕਰਮਾਂ ਕਰਕੇ ਹੀ ਆਉਂਦਾ ਹੈ, ਉਹ ਇੰਦਰੀਆਂ ਦੇ ਨਾਲ ਪ੍ਰਭਾਵਿਤ ਹੁੰਦਾ ਹੈ, ਉਹੋ ਜਿਹੇ ਕਰਮ ਕਰਦਾ ਹੈ, ਉਹਦੇ ਕਰਕੇ ਫਿਰ ਸਾਨੂੰ ਨਵਾਂ ਸਰੀਰ ਲੈਣਾ ਪੈਂਦਾ ਔਰ ਚੱਕਰ ਜਿਹੜਾ ਉਹ ਇਹ ਚੱਲਦਾ ਰਹਿੰਦਾ। ਤੇ ਇਸ ਤੋਂ ਛੁੱਟਣ ਦਾ ਇਹ ਨਿਰੰਤਰ ਸਿਸਟਮ ਚੱਲਦਾ ਰਹਿੰਦਾ, ਆਵਾਗਾਉਣ ਦਾ, ਆਉਣ ਜਾਣ ਦਾ। ਜੀ ਇਹਨੂੰ ਛੱਡਣ ਦਾ ਤਰੀਕਾ ਸਿਰਫ ਤੇ ਸਿਰਫ ਇੱਕੋ ਹੀ ਆ, ਪਰਮਾਤਮਾ ਦਾ ਨਾਮ ਜਪਣਾ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ। ਜਨਮ ਮਰਨ ਦੇ ਵਿੱਚੋਂ ਅਸੀਂ ਇਸ ਤੋਂ ਛੁੱਟ ਕੇ ਤੇ ਪਰਮਾਤਮਾ ਨਾਲ ਮਿਲ ਕੇ ਅਸੀਂ ਅਮਰ ਹੋ ਸਕਦੇ ਹਾਂ। ਜੀ ਉਹ ਜੀਵ ਆਤਮਾ ਜਦੋਂ ਮਨ ਆਤਮਾ ਜੀਵ ਆਤਮਾ ਨਾਲ ਮਿਲ ਜਾਂਦਾ, ਉਹ ਫਿਰ ਪਰਮਾਤਮਾ ਨਾਲ ਮਿਲ ਜਾਂਦੀ ਆ, ਉਦੋਂ ਅਸੀਂ ਅਮਰ ਹੋ ਜਾਂਦੇ। ਇਸ ਕਰਕੇ ਇਹ ਤਿੰਨਾਂ ਦਾ ਕਾਰਜ ਖੇਤਰ ਬਹੁਤ ਹੀ ਇਕੱਠਾ ਆ, ਇਹਨਾਂ ਦੀ ਸਾਂਝ ਆਪਸ ਵਿੱਚ ਬਹੁਤ ਆ। ਇਕੱਲੇ ਅਸੀਂ ਮਨ ਦੇ ਨਾਲ ਵੀ ਕੁਝ ਨਹੀਂ ਕਰ ਸਕਦੇ। ਜੀਵ ਆਤਮਾ ਤੋਂ ਜਿਹੜੇ ਸੰਦੇਸ਼ ਆਉਂਦੇ ਆ ਉਹ ਮਨ ਮੰਨਣਾ ਸ਼ੁਰੂ ਕਰਦੇ ਤੇ ਜੀਵ ਆਤਮਾ ਦਾ ਰੂਪ ਹੋ ਜਾਏ ਤੇ ਪਰਮਾਤਮਾ ਦੇ ਨਾਲ ਮੇਲ ਕਰਾ ਸਕਦਾ। ਸੋ ਇਹ ਤਿੰਨਾਂ ਦਾ ਇਹ ਸੰਬੰਧ ਹੈ। ਸੋ ਆਤਮਾ, ਮਨ ਤੇ ਸਰੀਰ ਦੀ ਜਿਹੜੀ ਸਾਂਝ ਆ, ਇਹ ਤਿੰਨੇ ਮਿਲ ਕੇ ਕਾਰਜ ਕਰਦੇ ਆ, ਔਰ ਤਿੰਨੇ ਮਿਲ ਕੇ ਕਾਰਜ ਕਰਨ, ਦੋਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਸੁਮੇਲ ਹੋ ਜਾਏ ਤੇ ਫਿਰ ਆਵਾਗਮਨ ਤੋਂ ਮੁਕਤੀ ਹੋ ਜਾਂਦੀ ਆ। ਪਰ ਜੇ ਤਿੰਨਾਂ ਦਾ ਸੁਮੇਲ ਨਾ ਹੋਵੇ, ਜੀਵ ਆਤਮਾ ਦੀ ਗੱਲ ਮਨ ਨਾ ਮੰਨੇ, ਜਿਹੜਾ ਅੰਦਰੋਂ ਸੁਨੇਹਾ ਮਿਲਦਾ ਜੀਵ ਆਤਮਾ ਦਿੰਦੀ ਉਹ ਨਾ ਮੰਨੇ, ਤੇ ਫਿਰ ਮਨ ਮਾੜੇ ਕਰਮਾਂ ਵੱਲ ਹੀ ਪੈਂਦਾ ਰਹੇ, ਸਰੀਰ ਨੂੰ ਉਧਰ ਨੂੰ ਤੋਰੀ ਰੱਖੇ। ਇਹਦਾ ਸਰੀਰ ਵੀ ਰਲਦਾ, ਇਹਦਾ ਸਰੀਰ ਚੱਲਦਾ। ਸਰੀਰਕ ਤੌਰ ਤੇ ਵੀ ਤੁਸੀਂ ਜੇ ਵਿਕਾਰਾਂ ਵੱਲ ਜਾਂਦੇ ਆ, ਹਾਂਜੀ, ਮਨ ਪਹਿਲਾਂ ਤੇ ਮਨ ਜੇ ਵਿਕਾਰਾਂ ਵੱਲ ਜਾਂਦਾ, ਤੁਹਾਡਾ ਸਰੀਰ ਵੀ ਵਿਕਾਰਾਂ ਵੱਲ ਜਾਂਦਾ। ਨਹੀਂ, ਉਹ ਤਾਂ ਫਿਰ ਮਨ ਨੇ ਤੋਰਨਾ, ਮਨ ਨੇ ਤੋਰਨਾ। ਮਨ ਤਾਂ ਜੰਤਰ, ਮਨ ਡਰਾਈਵਰ ਆ ਸਰੀਰ ਦਾ। ਦੂਜਾ ਇਹ ਆ ਵੀ ਕਈ ਵਾਰ ਸਰੀਰ ਤੇ ਮਨ ਨੂੰ ਮਜ਼ਾ ਆਉਂਦਾ ਕੋਈ ਵਿਕਾਰ ਕਰਕੇ। ਜੇ ਹੁਣ ਸ਼ਰਾਬੀ ਬੰਦਾ, ਉਹ ਸ਼ਰਾਬ ਕਹਿੰਦਾ ਲੈ ਮੈਂ ਅੱਜ ਲਾਸਟ ਪੀਣੀ, ਕੱਲ ਨਹੀਂ ਮੈਂ ਪੀਣੀ, ਮੈਂ ਛੱਡ ਦਿੱਤੀ। ਹਾਂਜੀ, ਅੱਛਾ, ਸ਼ਰਾਬ ਦੇ ਨਾਲ ਉਹਦਾ ਜਿਹੜਾ ਮਜ਼ਾ ਜੁੜਿਆ ਨਾ, ਮਨ ਦੇ ਕਰਕੇ ਉਹ ਮਜ਼ਾ ਜੁੜਿਆ ਨਾ, ਵੀ ਮੈਨੂੰ ਆਹ ਸਰੂਰ ਜਿਹੜਾ ਆਉਂਦਾ ਨਾ, ਉਹਨੂੰ ਭੁੱਲਦਾ ਨਹੀਂ ਹੈਗਾ। ਅਗਲੇ ਦਿਨ ਫਿਰ ਉਹ ਸਰੂਰ ਖਤਮ ਹੁੰਦਾ ਤੇ ਉਹ ਕਹਿੰਦਾ ਮੈਂ ਫੇਰ ਸਰੂਰ ਲੈਣਾ, ਫਿਰ ਸ਼ੁਰੂ ਹੋ ਜਾਂਦਾ। ਸਰੀਰ ਵੀ ਉਹਨੂੰ ਕਹਿੰਦਾ ਫੜ ਯਾਰ ਗਲਾਸ, ਕੋਈ ਨਹੀਂ ਅੱਜ ਪੀ ਲੈਂਦੇ ਆ। ਸਰੀਰ ਵੀ ਉੱਦਾਂ ਹੀ, ਕਰਮ ਇੰਦਰੀ ਵੀ ਸਾਡੇ ਉੱਧਰ ਲੱਗ ਜਾਂਦੇ ਆ, ਗਿਆਨ ਇੰਦਰ ਵੀ ਨਾਲ ਰਲ ਜਾਂਦੇ ਆ, ਮਨ ਵੀ ਨਾਲ ਰਲ ਜਾਂਦਾ। ਹਾਲੇ ਕਿ ਪਤਾ ਸਾਰਿਆਂ ਨੂੰ, ਸ਼ਰਾਬ ਪੀਣ ਨਾਲ ਨੂੰ ਪਤਾ ਹੁੰਦਾ ਕਿ ਇਹਨੇ ਮੇਰੇ ਸਰੀਰ ਦਾ ਸਤਿਆਨਾਸ਼ ਕਰਨਾ ਹੀ ਕਰਨਾ। ਬਿਲਕੁਲ, ਹਾਂਜੀ। ਸੋ ਮਨ ਤੇ ਸਰੀਰ ਦਾ ਬਹੁਤ ਜ਼ਿਆਦਾ ਸੰਬੰਧ ਆ। ਸਰੀਰ ਕਾਰਜ ਕਰਨ ਵਾਲਾ ਇੱਕ ਯੰਤਰ ਆ, ਸਰੀਰ ਦੇ ਵਿੱਚ ਹੀ ਆਤਮਾ ਆ, ਸਰੀਰ ਦੇ ਵਿੱਚ ਹੀ ਮਨ ਆ, ਇਹ ਉਹਨਾਂ ਦਾ ਘਰ। ਇਦਾਂ ਸਮਝ ਲਓ ਵੀ ਜਿਹੜੀ ਸਰੀਰ ਆ ਉਹ ਕਾਰ ਆ, ਹਾਂਜੀ, ਤੇ ਉਹਦੀ ਜਿਹੜਾ ਇੰਜਣ ਆ ਉਹ ਮਨ ਆ। ਹਾਂ, ਵੈਸੇ ਜਿਹੜੇ ਇੰਜਨ ਨੂੰ ਤਾਕਤ ਮਿਲਦੀ ਉਹ ਆਤਮਾ ਤੋਂ ਮਿਲਦੀ ਹੈ, ਉਹ ਆਤਮਾ ਤੋਂ ਮਿਲਦੀ ਹੈ। ਉਹ ਡਰਾਈਵਰ, ਇਹ ਡਰਾਈਵਰ ਆ, ਪਰ ਡਰਾਈਵਰ ਮਰਜ਼ੀ ਕਰਦਾ। ਇਹਨੂੰ ਜੇ ਆਤਮਾ ਕਹੇ ਲੈ ਆਪਾਂ ਸੱਜੇ ਬੰਨੇ ਲੈ ਚੱਲ, ਇਹ ਕਹਿੰਦਾ ਨਹੀਂ ਮੈਂ ਤਾਂ ਖੱਬੇ ਬੰਨੇ ਜਾਊਂ। ਖੱਬੇ ਬੰਨੇ ਇਹਨੂੰ ਕੋਈ ਚੰਗਾ ਲੱਗਦਾ, ਇਹਨੂੰ ਸਵਾਦ ਪਿਆ ਉੱਧਰ ਜਾਣ ਦਾ, ਉੱਧਰ ਨੂੰ ਜਾਊਗਾ। ਪੁੱਠੇ ਬੰਨੇ ਆਤਮਾ ਦੀ ਇਹ ਗੱਲ ਨਹੀਂ ਮੰਨਦਾ। ਜਿੰਨਾ ਚਿਰ ਇਹਨੇ ਆਤਮਾ ਦੀ ਗੱਲ ਨਹੀਂ ਮੰਨਣੀ, ਉਹਨਾਂ ਚਿਰ ਇਹਨੇ ਸਰੀਰ ਕੋਲੋਂ ਮਾੜੇ ਕੰਮ ਕਰਾਉਣੇ ਆ, ਤੇ ਸਰੀਰ ਦੇ ਮਾੜੇ ਕੰਮਾਂ ਕਰਕੇ ਸਾਡੇ ਕਰਮ ਫਲ ਚੇਂਜ ਹੁੰਦੇ ਰਹਿਣੇ ਆ। ਜੀ, ਤੇ ਇਹ ਇਹਨਾਂ ਦਾ ਤਿੰਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਸੰਬੰਧ ਆ। ਮਨ ਨੂੰ ਤਾਂ ਹੀ ਜੋਤ ਸਰੂਪ ਵੀ ਕਿਹਾ ਗਿਆ, ਤੇ ਮਨ ਨੂੰ ਮੂਰਖ, ਗਵਾਰ ਤੇ ਸਾਰੇ ਉਹ ਗੱਲ ਵੀ ਕਹੀ ਗਏ ਨੇ, ਸਾਰੇ ਗੱਲ ਕਹੀ ਹੈ। ਇਹ ਦੋਵੇਂ ਪਾਸੇ ਲੱਗ। ਜਦੋਂ ਤੁਸੀਂ ਰਸਾਂ ਦੀ ਗੱਲ ਕਰ ਰਹੇ ਉਦੋਂ ਮੈਨੂੰ ਇੱਕ ਗੱਲ ਯਾਦ ਆ ਰਹੀ ਸੀਗੀ, ਗੁਰਬਾਣੀ ਦੀ ਪੰਕਤੀ ਬੜੀ ਪਿਆਰੀ, ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਹਾਂ, ਰਸੀਆ ਹੋਵੇ ਮੁਸ਼ਕਾ ਤਬ ਮੂਲ, ਰਸੀਆ ਹੋਵੇ ਮੁਸ਼ਕਾ ਤਾਂ ਮੂਲ ਪਛਾਣੇ, ਕੁਛ ਐਸੀ ਹੈ ਨਾ, ਇਦਾਂ ਦੇ ਆਉਂਦੇ, ਮੈਨੂੰ ਭੁੱਲ ਗਈ। ਪਰ ਘਰ ਦੇ ਵਿੱਚ ਬੇਸ਼ੱਕ ਕਹਿੰਦੇ ਪਾਨਾਵਾੜੀ ਫੁੱਲਵਾੜੀ ਲੱਗੀ ਹੋਵੇ, ਸੁਗੰਧੀਆਂ ਵਾਲੇ ਫੁੱਲ ਲੱਗੇ ਹੋਣ, ਪਾਨਾਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਖੋਤੇ ਨੂੰ ਉਹਦੀ ਸਮਝ ਨਹੀਂ ਹੁੰਦੀ। ਹੁਣ ਤਾਂ ਪੱਤੇ ਚਰਨ ਵਾਲੀ ਗੱਲ ਕਰਨੀ ਆ। ਔਰ ਇੱਥੇ ਖਰ ਸ਼ਬਦ ਤਾਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਚੱਲਦਾ ਪ੍ਰੋਗਰਾਮ ਵਿੱਚ ਤਾਂ ਵੀ ਬੜਾ ਇੰਪੋਰਟੈਂਟ ਸ਼ਬਦ ਹੈ ਇਹ, ਕਿ ਖਰ ਸਤਿਗੁਰੂ ਨੇ ਖੋਤੇ ਨੂੰ ਆਖਿਆ ਹੈ। ਤੇ ਜਦੋਂ ਅੱਖਰ ਦੇ ਮੋਹਰੇ ਉਹ ਕਦੇ ਆੜਾ ਲਾਤਾ ਜਾਵੇ ਤੇ ਖਰ ਸ਼ਬਦ ਬਣ ਜਾਂਦਾ। ਜਿਨ੍ਹਾਂ ਨੂੰ ਅੱਖਰਾਂ ਦੀ ਸਮਝ ਨਹੀਂ, ਜਿਹੜੇ ਅੱਖਰਾਂ ਨਾਲ ਜੁੜੇ ਹੋਏ ਨਹੀਂ, ਉਹ ਵੀ ਸਤਿਗੁਰੂ ਨੇ ਖਰ ਕਿਹਾ। ਗੁਰਬਾਣੀ ਦੇ ਵਿੱਚ ਹੋਰ ਕੀ ਪੰਕਤੀ, ਇਹਦੇ ਤੇ ਬੜੀਆਂ ਪੰਕਤੀਆਂ ਆਉਂਦੀਆਂ ਆ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਅੱਖਰ ਕਾ ਨਾਣੇ ਜਾਣੇ ਭਿਓ, ਹਾਂ, ਅੱਖਰ ਕਾ ਨਾ ਜਾਵਾਂ ਭਿਓ, ਨਾਨਕ ਤੇਰੇ ਨਾਲ ਰਸਲ ਖਰ, ਉਹ ਆਪਾਂ ਗੱਲ ਕਰਾਂਗੇ। ਇਹ ਕਰਨ ਵਾਲੀ ਮੈਂ, ਇਹ ਖਰ ਜਿਹੜਾ ਮਤਲਬ ਹੈ ਨਾ, ਖਰ ਦਾ ਮਤਲਬ ਇਹ ਵੀ ਹੁੰਦਾ ਖਰਨਾ ਮਤਲਬ ਖਤਮ ਹੋਣਾ। ਸਤਿਗੁਰੂ ਖੋਤੇ ਲਈ ਇਹਦਾ ਮਤਲਬ ਖਤਮ ਹੋਣਾ ਵੀ ਹੈ। ਜਿੱਦਾਂ ਅਖਰ, ਹਾਂਜੀ, ਜਿਹੜਾ ਅੱਖਰ ਆ ਨਾ, ਜੇ ਅਖਰ ਹੋ ਜਾਏ ਨਾ, ਤੇ ਅਖਰ ਦਾ ਮਤਲਬ ਇਹ ਪਰਮਾਤਮਾ ਹੋ ਜਾਂਦਾ। ਇਹ ਬ੍ਰਹਮ ਵੀ ਇਹਦਾ ਅਰਥ ਇੱਕ ਬ੍ਰਹਮ ਵੀ ਨਿਕਲਦਾ। ਬ੍ਰਹਮ ਹੁੰਦਾ ਵੀ ਜਿਹੜੇ ਅੱਖਰ ਖਿਰਦੇ ਨਹੀਂ, ਜਿਹੜੇ ਅੱਖਰ ਖਤਮ ਨਹੀਂ ਹੁੰਦੇ, ਉਹ ਕਿਹੜੇ ਅੱਖਰ ਨੇ? ਉਹ ਪਰਮਾਤਮਾ ਦੇ ਅੱਖਰ ਨੇ, ਨਾਮ ਦੇ ਅੱਖਰ ਨੇ, ਉਹ ਨਹੀਂ ਖਰਦੇ, ਬਾਕੀ ਖਿਰਦੇ। ਦੂਜਾ ਸ਼ਬਦ ਜਿਹੜਾ ਜਨਰਲ ਹੈ ਉਹ ਆਮ ਜਿਹੜਾ ਵਰਤਿਆ, ਉਹ ਖਰ ਦਾ ਮਤਲਬ ਖੋਤਾ ਹੀ ਵਰਤਿਆ ਗਿਆ। ਬਿਲਕੁਲ, ਸਤਿਗੁਰੂ ਨੇ ਇਹਨੂੰ ਖਰ ਨੂੰ ਖੋਤੇ ਤਰ੍ਹਾਂ ਵਰਤਿਆ। ਜਦ ਤੱਕ ਤੁਸੀਂ ਅੱਖਰਾਂ ਨਾਲ ਨਹੀਂ ਜੁੜਦੇ, ਜਦ ਤੱਕ ਤੁਹਾਨੂੰ ਅੱਖਰਾਂ ਦੀ ਸਮਝ ਨਹੀਂ, ਜਦ ਤੱਕ ਤੁਸੀਂ ਉਹਨੂੰ ਆਪਣੇ
ਇਹ ਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਜੋੜ ਕੇ ਨਹੀਂ ਦੇਖਦੇ ਤੇ ਫਿਰ ਭਾਵੇਂ ਘਰ ਦੇ ਵਿੱਚ ਤੁਹਾਡੇ ਪਾਨਾਵਾੜੀ ਲੱਗੀ ਹੋਵੇ, ਫੁਲਵਾੜੀ ਲੱਗੀ ਹੋਵੇ, ਰਸੀਆ ਹੋਵੇ ਮੁਸ਼ਕਾ ਤਾਂ ਫੂਲ ਪਛਾਣੇ। ਪਾਨਾਵਾੜੀ ਹੋਏ ਘਰ ਖਰਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕਾ ਤਬ ਫੂਲ ਪਛਾਣੇ, ਤਾਂ ਉਹਨੂੰ ਫੂਲ ਦੀ ਸਮਝ ਆਊਗੀ, ਤਾਂ ਪਤਾ ਲੱਗੂ ਕਿਹੜਾ ਫੁੱਲ ਕਿਹੜਾ ਆ। ਸੋ ਰਸੀਆ ਸਿੱਖ ਨੂੰ ਸਤਿਗੁਰ ਨੇ ਰਸੀਆ ਬਣਾਇਆ ਆ ਔਰ ਉਹਨੂੰ ਪਛਾਣ ਹੋਣੀ ਚਾਹੀਦੀ ਆ। ਨਹੀਂ ਤਾਂ ਪਾਨਾਵਾੜੀ ਵੀ ਘਰ 'ਚ ਲੱਗੀ, ਸਾਡੇ ਕੋਲ ਸਤਿਗੁਰ ਨੇ ਕਿੰਨਾ ਸਾਨੂੰ ਗਿਆਨ ਦਿੱਤਾ। ਔਰ ਦੁਨੀਆ ਭਰ ਦਾ ਜਿਹੜਾ ਅਧਿਆਤਮਿਕ ਗਿਆਨ ਹੈ ਉਹਦੇ ਹਰ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜਿਹੜੇ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਉਹ ਕਿਤੇ ਵੀ ਸਵਾਲ ਨਹੀਂ ਹੈ। ਇਸ ਕਰਕੇ ਆਪਾਂ ਜਿਹੜੀ ਗੱਲ ਸਮਝ ਲੈਣੀ ਚਾਹੀਦੀ ਆ ਕਿ ਆਪਾਂ ਨੂੰ ਇਹਨਾਂ ਸਤਿਗੁਰ ਦੇ ਸ਼ਬਦਾਂ ਨਾਲ ਜੁੜਨਾ ਚਾਹੀਦਾ। ਮੈਂ ਇੱਥੇ ਇੱਕ ਗੱਲ ਤੁਹਾਡੇ ਨਾਲ ਥੋੜੀ ਗੱਲ ਗਾਂਹ ਤੋਰਨ ਲਈ ਸਾਂਝੀ ਕਰ ਲਵਾਂ। ਮਨ ਦਾ ਸੁਭਾਅ ਕੀ ਆ, ਮਨ ਕਿੱਦਾਂ ਕੰਮ ਕਰਦਾ, ਇਹ ਗੱਲ ਜਿਹੜੀ ਆ ਮਨ ਦਾ ਸੁਭਾਅ ਕੀ ਆ, ਇਹ ਆਤਮਾ ਮਨ ਤੇ ਸਰੀਰ ਦੀ ਸਾਂਝ ਕਿਵੇਂ ਕਾਰਜ ਕਰਦੀ ਆ, ਮਨ ਦਾ ਸੁਭਾਅ ਕੀ ਹੈ, ਮਨ ਕਿਵੇਂ ਕਾਰਜ ਕਰਦਾ ਆ, ਇਹ ਵੀ ਗੱਲ ਆਪਾਂ ਕਰੀਏ। ਪਰ ਜਤੀ ਡਾਕਟਰ ਸਾਹਿਬ ਇਹਦੇ ਲਈ ਤੁਸੀਂ ਕਰੋ ਤਿਆਰੀ ਮਾੜੀ ਜੀ। ਤੇ ਜਦ ਤੇ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਰਹਾਂ ਕਿ ਸਾਨੂੰ ਅੱਖਰਾਂ ਦੀ ਪਛਾਣ ਦੇ ਨਾਲ ਜੁੜਨਾ ਪਊਗਾ ਤਾਂ ਹੀ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ। ਸੋ ਇਹ ਪ੍ਰੋਗਰਾਮ ਜਿਹੜਾ ਚੇਚੇ ਤੌਰ ਤੇ ਗੱਲ ਕੀਤੀ ਗਿਆ, ਬੇਸ਼ੱਕ ਅਣਜਾਣਿਆ, ਬੇਸ਼ੱਕ ਨਿਮਾਣਿਆ, ਬੇਸ਼ੱਕ ਨਤਾਣਿਆ, ਬੇਸ਼ੱਕ ਬਹੁਤ ਗਿਆਨ ਨਹੀਂ ਹੈ, ਪਰ ਆਪਾਂ ਇੱਕ ਇਸ਼ਾਰੇ ਜ਼ਰੂਰ ਕਰਨੇ ਆ। ਜਿੰਨੇ ਕੋਈ ਗੁਰਮੁਖ ਪਿਆਰੇ ਇਹ ਗੱਲ ਕਰ ਸਕਦੇ ਉਹਨਾਂ ਨੂੰ ਨਾਲ ਲੈ ਕੇ। ਡਾਕਟਰ ਸਾਹਿਬ ਜੀ ਮਨ ਦਾ ਸੁਭਾਅ ਕੀ ਹੈ, ਸੁਭਾਅ ਦੀ ਥੋੜਾ ਜਿਹਾ ਸਾਰੰਸ਼ ਵਿੱਚ ਗੱਲ ਕਰਾਂਗੇ। ਹਾਂਜੀ ਦੇਖੋ, ਜਿਹੜਾ ਮਨ ਦਾ ਸੁਭਾਅ ਹੈਗਾ ਕਿ ਗਿਆਨ ਇੰਦਰੀਆਂ ਰਾਹੀਂ ਇਹਨੇ ਗ੍ਰਹਿਣ ਕਰਨੀਆਂ ਆਪਣੀ ਸਾਰੀ ਇਨਫੋਰਮੇਸ਼ਨ। ਜੀ ਹਾਂ। ਤੇ ਉਹ ਪੰਜ ਹੀ ਜਿਹੜੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਦੇ ਥਰੂ ਇਹਨੇ ਲੈ ਕੇ ਆਉਣਾ ਤੇ ਇਹਦੇ ਤੋਂ ਹੀ ਉਹ ਚੀਜ਼ਾਂ ਹੋਣੀਆਂ, ਕਾਮ, ਕ੍ਰੋਧ, ਲੋਭ, ਹੰਕਾਰ, ਇਹਦੇ ਤੋਂ ਇਹਨਾਂ ਤੋਂ ਪੈਦਾ ਹੋਣੇ ਆ, ਇਹਨਾਂ ਸਾਰਿਆਂ ਤੋਂ। ਇਹ ਹਮੇਸ਼ਾ ਮਾਇਆ ਦੇ ਪ੍ਰਭਾਵ ਵਿੱਚ ਰਹਿੰਦਾ। ਇਹਦਾ ਸੁਭਾਅ ਇਦਾਂ ਦਾ ਕਿ ਮਨ ਦਾ ਸੁਭਾਅ ਪਾਣੀ ਵਰਗਾ ਜੀ, ਜਿਸ ਭਾਂਡੇ ਵਿੱਚ ਪਾ ਦਿਓ ਉਦਾਂ ਦੀ ਇਹਨੇ ਸ਼ਕਲ ਲੈ ਲੈਣੀ। ਬਿਲਕੁਲ, ਜਿੱਧਰ ਨੂੰ ਇਹਨੂੰ ਤੋੜ ਲਿਆ ਕਿ ਮਨ ਦਾ ਆਪਣਾ ਆਕਾਰ ਤਾਂ ਕੋਈ ਹੈ ਨਹੀਂ। ਹਾਂ, ਜੇ ਹੁਣ ਦੇਖੋ ਬੁਰੀ ਸੰਗਤ ਵਿੱਚ ਚਲਾ ਗਿਆ ਤੇ ਇਹਨੇ ਬੁਰੀ ਸੰਗਤ ਗ੍ਰਹਿਣ ਕਰਨੀ ਆ। ਹਾਂਜੀ, ਜੇ ਚੰਗੀ ਸੰਗਤ ਵਿੱਚ ਚਲਾ ਗਿਆ ਤੇ ਉਹਨੇ ਚੰਗੀ ਸੰਗਤ ਗ੍ਰਹਿਣ ਕਰਨੀ ਆ। ਬੁਰੀ ਸੰਗਤ ਵਿੱਚ ਨਿੰਦਾ, ਚੁਗਲੀ, ਮਾੜੇ ਕੰਮ ਸਾਰੇ। ਤੇ ਇਹ ਹਮੇਸ਼ਾ ਇਹਦੇ ਵਿੱਚ ਤਰੰਗਾਂ ਆਉਂਦੀਆਂ ਰਹਿੰਦੀਆਂ। ਮਨ ਦਾ ਸਿਸਟਮ ਇਦਾਂ ਕਿ ਸੰਕਲਪ, ਵਿਕਲਪ ਇਹਦੇ ਵਿੱਚ ਚੱਲਦੇ ਰਹਿੰਦੇ ਨੇ 24 ਆਵਰ। ਤੇ ਚੁਸਤੀਆਂ ਚਲਾਕੀਆਂ ਕਰਨਾ ਇਹਦਾ ਆਮ ਸੁਭਾਅ ਆ। ਇਹਨੇ ਚੁਸਤੀਆਂ ਚਲਾਕੀਆਂ ਕਰਕੇ ਨਾ ਤੁਹਾਨੂੰ ਆਰਗੂਮੈਂਟ ਐਸੇ ਦਊਗਾ ਵੀ ਨਹੀਂ ਆਪਾਂ ਆਹ ਕੰਮ ਕਰ ਲਈਏ। ਇਹ ਤੁਹਾਨੂੰ ਉਹ ਕੰਮ ਇਹਨੇ ਕਰਵਾ ਲੈਣਾ। ਬੇਨਿਯਮੀਆਂ ਜਿਹੜੇ ਕੰਮ ਹੁੰਦੇ ਨੇ ਉਹ ਸਾਰੇ ਕਰਵਾਉਣੇ। ਕਈ ਵਾਰ ਮਨ ਇੰਨੀਆਂ ਸਟੇਜ ਚੇਂਜ ਨੇ, ਕਈ ਵਾਰ ਤੇ ਉੱਚ ਕੇ ਆਕਾਸ਼ਾਂ ਵਿੱਚ ਚਲ ਜਾਊਗਾ ਜੀ, ਚੜ੍ਹਦੀ ਕਲਾ। ਕਬੂ ਜਿਹੜਾ ਉਹ ਚੜ੍ਹਦਾ ਜੀ, ਉਹ ਚੜ੍ਹਦਾ ਹੈ, ਕਬੂ ਜਾਏ ਪਿਆਲਾ। ਤੇ ਕਈ ਵਾਰ ਉਹ ਫਿਰ ਇੰਨਾ ਧਰਤੀ ਤੋਂ ਵੀ ਥੱਲੇ ਗਿਰ ਜਾਂਦਾ। ਮਤਲਬ ਇੰਨਾ ਇਹਨਾਂ ਦਾ ਸੁਭਾਅ ਆ। ਜਿੱਦਾਂ ਕਿ ਪੈਂਡੂਲਮ ਦੀ ਮੈਂ ਆਪਾਂ ਗੱਲ ਕੀਤੀ ਸੀ ਵੀ ਇਹ ਸੱਜੇ ਬੰਦੇ, ਖੱਬੇ ਬੰਦੇ, ਸੱਜੇ ਬੰਦੇ ਇਹਨੇ ਘੁੰਮੀ ਜਾਣਾ, ਇਹਨੇ ਟਿਕ ਕੇ ਨਹੀਂ ਬੈਠਣਾ। ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਲੋਕ ਮਨ ਦੇ ਸੁਭਾਅ ਦੇ ਮਗਰ ਲੱਗਦੇ ਆ ਉਹਨਾਂ ਨੂੰ ਸਤਿਗੁਰਾਂ ਨੇ ਕਿਹਾ ਮਨਮੁਖ ਨੇ। ਇਹਨਾਂ ਦੇ ਵਿੱਚ ਕੀ ਆ ਗੁਣ ਨੇ? ਇਹ ਅਭਿਮਾਨੀ ਹੋਣਗੇ। ਮਨਮੁਖ ਆ ਨਾ, ਮਨ ਦੇ ਮਗਰ ਲੱਗਣਾ, ਉਹਨਾਂ 'ਚ ਹਉਮੈ ਹੋਣੀ ਆ। ਉਹਨਾਂ ਨੇ ਨਿੱਜ ਕੇਂਦਰਿਤ ਹੋਣਗੇ, ਸੈਲਫ ਸੈਂਟਰਡ ਕਹਿ ਲਓ, ਸਵਾਰਥੀ ਹੋਣਗੇ, ਅੜੀਅਲ ਹੋਣਗੇ, ਕਿਸੇ ਦੀ ਗੱਲ ਨਹੀਂ ਮੰਨਣਗੇ, ਲੋਭੀ, ਲਾਲਚੀ, ਸਾਰਾ ਉਹਨਾਂ ਦੇ ਵਿੱਚ ਗੁਣ ਆਉਣਗੇ। ਤ੍ਰਿਸ਼ਨਾ ਕਰਨਗੇ, ਈਰਖਾ ਕਰਨਗੇ, ਦੂਈ ਦੁਵੈਤ ਕਰਨਗੇ, ਮਨ ਹੱਠ ਵੀ ਕਈ ਵਾਰ ਕਰਨਗੇ। ਮੈਂ ਆ ਅੜ ਗਿਆ, ਤੂੰ ਕੌਣ ਨਾ ਮੈਂ। ਮੇਰੇ ਖਿਆਲ ਸਮੇਂ ਦੀ ਸਮਾਪਤੀ ਹੋ ਗਈ। ਆਪਾਂ ਇੱਥੇ ਗੱਲ ਫਿਰ ਸ਼ੁਰੂ ਕਰ ਲੈਣੀ ਆ। ਔਰ ਜਿਹੜੀ ਗੱਲ ਸਮਝਣ ਦੀ ਲੋੜ ਹੈ, ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਕਿ ਮਨ ਦਾ ਆਪਣਾ ਨਾ ਕੋਈ ਸੁਭਾਅ ਹੁੰਦਾ, ਨਾ ਕੋਈ ਆਕਾਰ ਹੁੰਦਾ। ਜਿਹੋ ਜੀ ਸੰਗਤ 'ਚ ਬੈਠਦਾ, ਜਿਹੋ ਜਿਹਾ ਭਾਂਡੇ ਜਿੱਦਾਂ ਪਾਣੀ ਪਾਤਾ ਜਾਂਦਾ ਆ, ਉਹ ਜਿਹੋ ਜਿਹਾ ਭਾਂਡੇ 'ਚ ਪੈ ਗਿਆ ਉਹੋ ਜਿਹਾ ਉਹਦਾ ਆਕਾਰ ਬਣ ਗਿਆ। ਉੱਦਾਂ ਹੀ ਮਨ ਦਾ ਜਿਹੋ ਜੀ ਸੰਗਤ 'ਚ ਬੈਠੂਗਾ ਉਹੋ ਜਿਹਾ ਗੁਣ ਇਹਨੇ ਗ੍ਰਹਿਣ ਕਰਨੇ ਸ਼ੁਰੂ ਕਰ ਦਿੰਦੇ ਆ। ਸੋ ਮਨ ਨੂੰ ਸਮਝਾਉਣ ਦਾ ਮਨ ਦਾ ਸੁਭਾਅ ਬਦਲਦਾ ਇੱਕੋ ਹੀ ਤਰੀਕਾ ਹੈ ਕਿ ਗੁਰਮੁਖਾਂ ਦੀ, ਚੰਗਿਆਂ ਬੰਦਿਆਂ ਦੀ ਇਹ ਸੰਗਤ ਕਰੀਏ, ਗੁਰਬਾਣੀ ਦੇ ਨਾਲ ਜੁੜੀਏ, ਗੁਰਬਾਣੀ ਪੜ੍ਹਨ ਵਾਲਿਆਂ ਦੇ ਨਾਲ ਜੁੜੀਏ। ਇੱਥੋਂ ਦੀ ਗੱਲ ਫਿਰ ਆਪਾਂ ਸ਼ੁਰੂ ਕਰ ਲੈਣੀ ਹੈ ਅਗਲੇ ਐਪੀਸੋਡ ਦੇ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।